मेरा माता है उत्थे, तू मेरा पिता, तू है मेरा माता। माता ना मेरी क्यों नहीं लग्या? ਇੱਥੇ ਦੋ ਨੇ ਸੰਸਾਰ ਚ, ਉੱਥੇ ਇੱਕ ਹੈ। ਇੱਕ ਚੋਂ ਹੀ ਪੈਦਾ ਹੁੰਦੀ ਹੈ ਜੋਤ, ਦੂਈ ਨੂਰ ਇੱਕ ਦਾ ਹੀ ਹੈ। ਜੀਵ ਇੱਕ ਦਾ ਹੀ ਨੂਰ ਹੈ, ਜੀਵ ਨੂਰ ਹੈ, ਇੱਕ ਦਾ ਨੂਰ ਹੈ। ਹੋਰ ਕੀ ਇੱਥੇ? ਇਹ ਨੂਰ ਆਇਆ ਹੋਇਆ ਇੱਥੇ, ਉਹ ਆਪ ਨਹੀਂ ਆਇਆ ਹੋਇਆ ਇੱਥੇ। ਖੁਦਾ ਦਾ ਨੂਰ ਨਹੀਂ ਕਹਿੰਦੇ ਮੁਸਲਮਾਨ, ਨੂਰ ਹੈ ਉਹ ਪਾਇਆ ਇੱਥੇ। ਹੋਰ ਕੀ ਹੈ? ਉਹ ਸੁਪਨੇ ਨੂਰ ਫਿਰਦਾ ਹੁੰਦਾ ਸੁਪਨੇ ਚ, ਉਹਦਾ ਸੁਪਨੇ ਚ ਫਿਰਦਾ ਨਾ, ਉਹੀ ਨੂਰ ਹੈ ਆਪਣਾ। ਨੂਰ ਦੇਖਦਾ ਸੁਪਨਾ, ਉਹ ਸੁਪਨਾ ਗਵੰਦੀ ਜੂ। ਉਹ ਤੁਸੀਂ ਪੈਦਾ ਕੀਤਾ ਆਪਣਾ ਨੂਰ, ਤੁਹਾਡਾ ਨੂਰ ਉਹ ਜਿਹਾ ਸੁਪਨਾ ਦੇਖੋ ਜਾ ਤੁਸੀਂ ਹੋ, ਉਹਦਾ ਨੂਰ ਉਹ ਜਿਹਾ ਸੁਪਨਾ ਦੇਖੋ ਜਾ ਉਹ ਹੈ। ਤੁਹਾਡਾ ਨੂੰ ਥੋੜੀ ਦੁਨੀਆ ਜੋ ਦੇਖੀ ਉਹਦਾ ਸੁਪਨਾ ਦੇਖੂ, ਜੋ ਉਹਨੇ ਦੇਖੀ ਹੈ ਨਾ ਪਹਿਲਾਂ, ਜੋ ਸਾਹਮਣੇ ਉਹਦੇ ਦਿੰਦੀ ਹੈ, ਜੋ ਚੀਜ਼ ਦਿੰਦੀ ਉਹਦਾ ਹੀ ਸੁਪਨਾ ਆਉਂਦਾ ਹੁੰਦਾ। ਜੋ ਦੇਖੀ ਨਹੀਂ ਉਹਦਾ ਸੁਪਨਾ ਕਿੱਥੇ ਆ ਜੂਗਾ? ਉਹਦਾ ਹੀ ਆਊ ਜਿਹੜੀ ਦੇਖੀ ਹੈ ਪਹਿਲਾਂ। ਇਹੋ ਜਿਹਾ ਸੁਪਨਾ ਆ ਸਕਦਾ ਹੈ। ਉੱਪਰੋਂ ਸ਼ਕਲ ਤਾਂ ਬਣਾ ਲਵੇ ਇਮੈਜੀਨੇਸ਼ਨ ਨਾਲ, ਚੱਲ ਸ਼ਕਲ ਪੂਰੀ ਬਣ ਜਾਵੇ, ਕਹ ਵੀ ਜਾਨਵਰ ਕੋਈ ਹੈ ਪਰ ਪਛਾਣ ਨਹੀਂ ਆਉਂਦਾ ਇਹੋ ਜਿਹਾ ਕੋਈ ਹੋਰ ਹੈ। ਇਹੋ ਜਿਹੇ ਵੀ ਕਈ ਵਾਰ ਆ ਜਾਂਦੇ ਨੇ। ਉਹ ਨਵਾਂ ਡਿਜ਼ਾਈਨ ਹੈ ਤਾਂ ਤੇਰੇ ਅੰਦਰ ਹੈ ਸਾਰਾ। ਜਦ ਤੱਕ ਧਿਆਨ ਹੋ ਦੇਖੇ ਸਾਰੀ ਤੇਰੇ ਅੰਦਰ, ਉਹ ਵੀ ਡਿਜ਼ਾਈਨ ਬਣ ਸਕਦਾ ਇੱਥੇ। ਅਨੇਕਾਂ ਡਿਜ਼ਾਈਨ ਬਣ ਜਾਣਗੇ। ਇਹ ਸਾਰਾ ਕੀ ਹੈ? ਨੂਰ ਤੋਂ ਪੈਦਾ ਹੋਇਆ ਹੈ। ਤਾਂ ਹੀ ਤਾਂ ਇੱਕ ਦੀ ਫੋਟੋ ਦੂਈ ਨਾਲ ਨਹੀਂ ਬਣਦੀ, ਬਣਾ ਹੀ ਨਹੀਂ ਸਕਦਾ ਦੂਈ ਉਹੋ ਜਿਹੀ ਕੋਈ ਚੀਜ਼ ਅਸਲ ਚ। ਹੋਰੇ ਬਣੂਗੀ ਦੂਈ, ਬਣੂਗਾ ਦੂਈ ਹੋ ਗਿਆ, ਬਦਲ ਜਾਣੀ ਉਹ। ਸਭ ਦੇ ਅੰਦਰ ਨੀਰ ਤੇ ਕੋਈ ਹੈ। ਇਹ ਨੂਰ ਹੈ, ਉਹਦਾ ਆਪ ਨਹੀਂ ਹੈਗਾ। ਆਪ ਕੀ ਹੈ? ਆਪ ਨਰਪਤੇ ਇੱਕ ਸਿੰਘਾਸਨ ਸੋਇਆ, ਉਹ ਤਾਂ ਸਿੰਘਾਸਨ ਤੇ ਹੀ ਆ, ਜੋ ਬੈਠਾ ਉੱਥੇ ਹੀ ਸੌ ਗਿਆ, ਸੁਪਨਾ ਆ ਦੇਖਦਾ, ਉਹਨੂੰ ਜਗਾਉਣਾ ਹੈ। ਕੁਛ ਵੀ ਨਹੀਂ, ਨਾ ਹੈ ਕੁਛ ਨਾ ਉਹ ਹੈ, ਉਹੀ ਆ ਤਾਂ ਕੁਛ ਵੀ ਨਹੀਂ। ਇਹ ਤਾਂ ਸੁਪਨਾ ਹੈ। ਜਦ ਉਹਨੇ ਜਾਗਣਾ ਫਿਰ ਸੁਪਨਾ ਹੀ ਆ। ਜਿੰਨਾ ਚਿਰ ਸੁੱਤਾ ਪਿਆ ਉਹਨਾਂ ਚਿਰ ਸੱਚ ਹੈ, ਜਦ ਜਾਗੂਗਾ ਫਿਰ ਸੁਪਨਾ। ਜਿਹੜੇ ਜਾਗ ਜਾਂਦੇ ਨੇ ਉਹਨਾਂ ਵਾਸਤੇ ਸੁਪਨਾ ਹੀ ਹੁੰਦਾ। ਸੁਪਨਾ ਜੋ ਸੰਸਾਰ, ਗੱਲ ਤਾਂ ਸੌਣ ਜਾਗਣ ਦੀ ਹੋਈ ਆ, ਹੋਰ ਕੁਛ ਵੀ ਨਹੀਂ। ਮਾਲਾ ਫੇਰੀ ਜਾਓ, ਜੋ ਮਰਜੀ ਫੇਰੀ ਜਾਓ, ਸੁੱਤਾ ਪਿਆ ਜੋ ਮਰਜੀ ਕਰੀ ਜਾਵੇ, ਉਹ ਸੁਪਨਾ ਦੇਖਦੇ ਨੇ। ਹੁਣ ਸੁਪਨੇ ਦਾ ਗਿਆਨ ਹੋਵੇ ਜਾਂ ਜਾਗਣਗੇ, ਫੇਰ ਧਰਮ ਦੀ ਗੱਲ ਕਰਾਂਗੇ ਉਹਨਾਂ ਨੂੰ। ਥੋੜਾ ਜਿਹਾ ਪਤਾ ਲੱਗੇ, ਪਉ ਵੀ ਫਟੇ ਅੰਦਰ, ਚਲੋ ਨਾ ਦਿਨ ਚੜੇ, ਦਿਨ ਚੜਿਆ ਖੁੱਲ ਜਾਂਦੀ ਹੁੰਦੀ ਆਪੇ ਸਭ ਦੀ। ਨਹੀਂ ਤਾਂ ਉਹਨੂੰ ਜਗਾ ਵੀ ਦਿੰਦੇ ਨੇ ਉਹ ਜਾਗੇ ਹੋਏ, ਦਿਨ ਚੜੇ ਜਾਗੇ ਹੁੰਦੇ ਨੇ ਕਾਫੀ ਲੋਕ, ਫਿਰ ਜਗਾਉਣ ਵਾਲੇ ਵੀ ਆ ਜਾਂਦੇ ਨੇ, ਹਲੂਣ ਕੇ ਵੀ ਜਗਾ ਦਿੰਦੇ ਨੇ। ਉਹਦੇ ਅੰਦਰ ਪੌਦਾ ਫੜੇ, ਥੋੜੀ ਜਿਹੀ ਜਾਗਣ ਦੇ ਨੇੜੇ ਬਤਾਵੇ, ਕੱਚੀ ਨੀਂਦ ਵਿੱਚ ਹੁੰਦਾ ਹੈ। ਖਬਰ ਕਿੰਨੀ ਸਟਰੋਂਗ ਨੀਂਦ ਹੈ ਕਿਹਨੂੰ? ਉਹੀ ਗੱਲ ਆ, ਹੋਰ ਕੀ ਹੈ ਇੱਥੇ? ਇੱਕ ਬਿਲਕੁਲ ਐ ਜਾਗਣ ਵਾਲਾ ਹੀ ਆ, ਬਸ ਥੋੜੇ ਜਿਹਾ ਹੱਥ ਲਾ ਜਦੋਂ ਉੱਠ ਖੜਦਾ। ਇਹ ਕਹਿੰਦਾ ਮੈਂ ਤਾਂ ਜਾਗਿਆ ਹੋਇਆ ਸੀ, ਖੜਕੇ ਨਾਲੇ ਬਿੜਕ ਨਾਲੇ। ਉਹ ਬਿੜਕਾਏ, ਉਹ ਕਹਿੰਦਾ ਮੈਂ ਤਾਂ ਜਾਗਦਾ ਸੀ। ਕਿ ਵੀ ਹੈ, ਅਵਤਾਰ ਉਹ ਜਿਹੇ ਹੁੰਦੇ ਜਿਹੜੇ ਬਿੜਕਣਾ ਜਾਗ ਜਾਂਦੇ ਨੇ। ਉਹ ਬਿੜਕੇ ਆਉਣੀ ਅੰਦਰ ਆਤਮਾ ਦੀ, ਜੇ ਜਾਗ ਜਾਣਾ ਨਾ। ਉਹ ਹੈ ਨਾ ਖੁਰਾਸਾਨ ਖਸਮਾਂ ਨਾ ਕੀਆ, ਉਹ ਕੀ ਹੈ? ਵਿੜਕੇ ਆਈ ਹੈ। ਜਿਵੇਂ ਘੋੜੇ ਤੇ ਚੜਿਆ ਕੋਈ ਆਉਂਦਾ ਹੁੰਦਾ, ਐ ਸੁਣਿਆ ਸੀ ਵੀ ਘੋੜੇ ਤੇ ਚੜ ਕੇ ਆਉਂਦਾ। ਕੋਈ ਕਹਿੰਦਾ ਉਹ ਪਾਖੰਡ ਤਨਬਾਜ ਬਜਾਏ ਲਾ, ਗਰੁੜ ਚੜੇ ਗੋਬਿੰਦ ਆਏ ਲਾ, ਉਹ ਇਹ ਕਹਿੰਦਾ।
ਉਹ ਕਹਿੰਦੇ ਜਦੋਂ ਗੜ ਐ ਤੁਰਦਾ ਨਾ ਜਾਨਵਰ, ਪੰਛੀ ਗੜ ਫੰਗ, ਇਹੋ ਜਿਹੀ ਆਵਾਜ਼ ਆਉਂਦੀ ਉਹ ਤੇ ਹੁੰਦਾ ਚੜ ਕੇ, ਉਹ ਆਵਾਜ਼ ਨੂੰ ਨਹੀਂ ਬੈਠੇ ਨੇ, ਉਹ ਜਿਹੀ ਸ਼ਾਂਤ ਹੋ ਜਾਂਦਾ, ਉਹਨੂੰ ਲੱਗਦਾ ਵੀ ਹਾਂ ਸੱਚੀ ਆਉਂਦਾ, ਕੰਨਾਂ 'ਚ ਉਹੀ ਆਵਾਜ਼ ਵੱਜਣ ਲੱਗ ਜਾਂਦੀ ਉਹਦੇ, ਉਹਦੀ ਉਹ ਧਾਰਨ ਕੀਤੀ ਹੁੰਦੀ ਆ, ਹੋਰ ਕਿਤੋਂ ਨਹੀਂ ਆਉਂਦੀ। ਉਹ ਐਵੇਂ ਕਹਿੰਦੇ ਸਾਨੂੰ ਉਹੀ ਕੋ ਦੇਖਣ ਲੱਗ ਜਾਂਦਾ, ਤੇ ਕਹਿੰਦੇ ਨੇ ਲੋਕ ਜੈ ਜਿਹਾ ਦੱਸ ਦੋ ਉਹ ਜਿਹਾ ਦੇਖਣ ਲੱਗ ਜਾਂਦਾ, ਜੈ ਜਿਹਾ ਮੈਂ ਦੱਸ ਰਿਹਾ ਹੁਣ ਇਹ ਦਿਖੂਗਾ, ਇਹ ਨਹੀਂ ਚੀਜ਼ ਕੋਈ ਦੱਸਦਾ, ਕਿਸੇ ਨੂੰ ਪਤਾ ਹੋਵੇ ਦੱਸੂਗਾ। ਅੱਧੀ ਪਚੱਧੀ ਗੱਲ ਦੱਸਦੇ ਸੀ, ਅੱਧੀ ਪਚੱਧੀ ਸਾਡੀ ਵੀ ਸੁਣੀ ਹੋਈ ਹੈ, ਅੱਧੀ ਪਚੱਧੀ ਗੱਲ ਸੀ, ਕਈਆਂ ਕੋਲ ਅੱਧੀ ਪਚੱਧੀ ਤੇ ਵੀ ਜ਼ਿਆਦਾ ਸੀ, ਅੱਧੀ ਪਚੱਧੀ ਤਾਂ ਆਮ ਸੀ ਗੱਲ ਇਹ ਸਿੰਘਾਂ ਕੋ ਪਿੱਛੇ, ਪਰ ਜ਼ਿਆਦਾ ਨਹੀਂ ਹੋਈ। ਉੱਥੋਂ ਤੁਹਾਨੂੰ ਸਿੱਧੀ ਗੱਲ ਆ ਹੈ, ਆ ਜਿਹੜੀ ਕਰ ਰਹੇ ਤਾਂ ਸਿੱਖੀ ਹੈ ਹੀ ਨਹੀਂ, ਇਹਨਾਂ ਦਾ ਪਤਾ ਲੱਗਦਾ ਕੋਈ ਨਹੀਂ ਹਲਦਾ, ਜਿਵੇਂ ਤੁਹਾਨੂੰ ਪਤਾ ਇਹ ਤਾਂ ਮੈਂ ਕਿਹਾ ਸਿੱਖਾਂ ਦਾ ਨਾ ਤਾਂ ਇਤਿਹਾਸ ਠੀਕ ਹੈ, ਨਾ ਗੁਰਬਾਣੀ ਸਾਡੇ ਕੋਲ ਤਾਂ ਕੁਛ ਵੀ ਨਹੀਂ। ਫਿਰ ਦੇਖਿਆ ਮੁਸਲਮਾਨਾਂ ਕੋਈ ਤੋਂ ਵੀ ਕੁਛ ਨਹੀਂ, ਗਿਆਨਵਾਨ ਤਾਂ ਉਹਨਾਂ ਦੇ ਵੀ ਹੋ ਜਿਹੇ ਨੇ, ਸਾਡੇ ਵੀ ਹੋ ਜਿਹੇ ਨੇ। ਈਸਾਈ ਨਾਲ ਅਸੀਂ ਕੀਤਾ, ਸੱਦੇ ਈਸਾਈ ਮਿਸ਼ਨਰੀ ਉੱਥੇ ਖਾਂਦੇ, ਉਹਨਾਂ ਕੋਲ ਬਿਲਕੁਲ ਹੀ ਜੰਤਰ ਮੰਤਰ, ਕੁਛ ਵੀ ਨਹੀਂ। ਹਾਂ ਜੇ ਕੁਛ ਸੀ ਤਾਂ ਜਿਹੜੇ ਬ੍ਰਾਹਮਣ ਪੰਡਤ ਨੇ, ਸਾਧੂ ਨੇ, ਵੇਦ ਨਾਲ ਜੁੜੇ, ਉਹਨਾਂ ਕੋਲ ਉਹਨਾਂ ਦਾ ਜੀਵਨ ਵੀ ਹੈ, ਉਹਨਾਂ ਕੋਲ ਗਿਆਨ ਵੀ ਹੈ, ਵੇਦ ਵਾਲੇ ਕੋਲ। ਦੂਸਰੇ ਜਿਹੜੇ ਆਤਮਾਇਤਾਰੀ ਨੇ, ਇਹ ਹੰਕਾਰੀ ਨੇ, ਇਹ ਜਿੱਦੀ ਨੇ, ਉਹ ਇਹੋ ਜਿਹੀਆਂ ਮਤਲਬ ਹੈ ਸੰਤ ਨੇ। ਅੱਜ ਤਾਂ ਬਹੁਤ ਜਿਹੜੇ ਨਾਗੇ ਨੇ ਤਾਂ ਬਹੁਤ ਹੀ ਉਹ ਕਰੋਧੀ ਨਿਹੰਗ ਸਿੰਘਾਂ ਵਾਂਗੂ ਨੇ, ਤਾਂ ਬਿਲਕੁਲ ਉਹੀ ਹਥਿਆਰ ਨੇ, ਉਹ ਚੱਕਰਵਰਤੀ ਰਹਿਣਾ, ਉਹ ਇਹਨਾਂ ਦਾ ਬਿਲਕੁਲ ਕੋਈ ਉਹ ਹੈ, ਉਹੀ ਜੋੜਾ ਸ਼ਿਵਜੀ ਵਾਲਾ ਹੀ, ਉਹਦੇ ਵਾਲਾ ਸਾਫਾ ਨਹੀਂ ਹੈ, ਇਹ ਕਾਲ ਸਰੂਪ ਹੈ ਮਹਾਕਾਲ ਦਾ, ਸ਼ਿਵਜੀ ਵਾਲਾ ਉਹੀ ਸ਼ਬਦ ਹੈ ਸਾਡੇ, ਉਹਨਾਂ ਨੇ ਬਾਹਰ ਬਣਾ ਲਿਆ। ਵਿਸ਼ਨੂੰ ਵਾਲਾ ਜਿਹੜਾ ਹੈ ਨਾ ਸਰੂਪ, ਉਹ ਨਹੀਂ ਅਸੀਂ ਮੰਨਿਆ ਲੈਣਾ। ਹਾਂ ਵਿਸ਼ਨੂੰ ਰਾਜ ਖੁਦ ਕਰਦਾ ਹੈ, ਸ਼ਿਵਜੀ ਰਾਜ ਨਹੀਂ ਕਰਦਾ, ਸ਼ਿਵਜੀ ਰਾਜ ਕਰਾਉਂਦਾ ਥੱਲੇ ਚੇਲਿਆਂ ਤੇ, ਨਾ ਨਾ ਕਰਦਾ ਨਹੀਂ ਹੋਣਾ, ਕਹਿੰਦਾ ਮੇਰੇ ਕੋਲ ਟਾਈਮ ਨਹੀਂ, ਸਾਰੇ ਸੱਚ ਕੋ ਰਾਜਾ ਦੁਖੀਆ ਨਹੀਂ ਗਿਆ ਹੋਇਆ, ਫਿਰ ਜਿਹੜਾ ਦੁਖੀ ਕਰੇ ਚੀਜ਼ ਉਹ ਲਈਦੀ ਹੈ। ਸੁੱਖ ਖਾਤਰ ਤਾਂ ਤਪੱਸਿਆ ਕੀਤੀ ਉਹਨੇ, ਭਗਤੀ ਕੀਤੀ ਹੈ, ਮੰਗਲ ਵੇ ਦੁੱਖ, ਇਹਨੂੰ ਕਹਿੰਦੇ ਸੁੱਖ ਮੰਗੇ ਦੁੱਖ ਆ ਕੇ ਆਵੇ, ਰਾਜ ਮੰਗਲਿਆ ਸੁੱਖ, ਅੱਗੇ ਕੀ ਹੈ ਦੁੱਖ, ਕਹਿੰਦੇ ਜੇ ਸੁੱਖ ਮੰਗਲ ਵੇ ਜੋ ਮਰਜੀ ਮੰਗਲਾ, ਇੱਥੇ ਦਾ ਅੱਗੇ ਉਹਦਾ ਦੁੱਖ ਆਉਣਾ ਹੀ ਆਉਣਾ। ਜੇ ਦੁੱਖ ਆਉਣ ਵਾਲਾ ਸੁੱਖ ਹੈ, ਜਿਹੜਾ ਵੀ ਸੁੱਖ ਤੇ ਬਾਅਦ ਦੁੱਖ ਆ ਸਕਦਾ, ਜਿਹੜੇ ਸੁੱਖ ਤੇ ਬਾਅਦ ਵੀ ਦੁੱਖ ਆਉਣ ਦੀ ਸੰਭਾਵਨਾ ਹੈ, ਉਹ ਸੁੱਖ ਮੈਨੂੰ ਨਹੀਂ ਚਾਹੀਦਾ। ਕਿਉਂ? ਪਤਾ ਨਹੀਂ ਕਿਹੜੇ ਵੇਲੇ ਦੁੱਖ ਆ ਜਾਵੇ, ਉਹ ਸੁੱਖ ਚਿੰਤਾ ਦੇ ਵਿੱਚ ਸੁੱਖ ਹੈ, ਉਹ ਸਾਡੇ ਸੁੱਖ ਚਿੰਤਾ ਦੇ ਵਿੱਚ ਨੇ, ਜਿੰਨੇ ਸੁੱਖ ਜ਼ਿਆਦਾ ਨੇ ਉਨੀ ਚਿੰਤਾ ਵੀ ਸਟਰੋਂਗ ਹੈ, ਚਾਹੇ ਨਾ ਹੋਵੇ ਮਹਿਸੂਸ ਕਰੀਏ, ਪਰ ਸੰਗਲ ਚਿੰਤਾ ਦਾ ਤਕੜਾ ਹੈ, ਉਹ ਜੇ ਝਟਕਾ ਵੱਜਿਆ, ਸੰਗਲ ਨਹੀਂ ਮਾੜਾ ਹੈਗਾ ਵੀ ਝਟਕਾ ਸਹਿ ਜਵੇ, ਕਿਸੇ ਦਾ ਤਕੜਾ ਹੁੰਦਾ, ਕਿਸੇ ਦਾ ਮਾੜਾ ਹੁੰਦਾ, ਸਵਾਲ ਤਾਂ ਝਟਕੇ ਦਾ ਝਟਕਾ ਕਿੱਡਾ ਪੈਂਦਾ, ਬੜੇ ਸੰਗਲ ਤੇ ਟੁੱਟਦਾ ਨਹੀਂ, ਤੇ ਝਟਕੇ ਤੇ ਡਿਪੈਂਡ ਕਰਦਾ ਕਿ ਉਹ ਝਟਕਾ ਕਿੰਨਾ ਮੰਨਦਾ ਹੈ, ਆਦਿ ਲਾਭ ਦਾ ਜੋ ਵੀ ਦੁੱਖ ਸੁੱਖ ਦਾ, ਜਾਂ ਕੋਈ ਮਰ ਜਾਂਦਾ ਘਰ ਦੇ ਵਿੱਚ, ਐਸਾ ਹੀ ਨੁਕਸਾਨ ਹੋ ਜਾਂਦਾ ਜਿਹੜਾ ਉਹਨੂੰ ਬਰਦਾਸ਼ਤ ਨਹੀਂ ਹੈਗਾ, ਬਹੁਤ ਮੁਸ਼ਕਲ ਹੈ ਬਰਦਾਸ਼ਤ ਕਰਨਾ, ਉਹ ਜਿਹੇ ਝਟਕੇ ਵੀ ਪੈਂਦੇ ਨੇ। ਜੇ ਅਡੋਲ ਰਹਿ ਜੇ ਪਾਸ, ਇਹ ਅਡੋਲ ਰਹਿਣਾ ਉਹਦੀ ਆਪਣੀ ਪ੍ਰੈਕਟਿਸ ਹੈ, ਉਹਦੀ ਆਪਣੀ ਅੰਦਰਲੀ ਕਮਾਈ ਹੈ,
ਉਹਦੇ ਅੰਦਰਲਾ ਹੀ ਵਿਸ਼ਵਾਸ ਹੈ, ਹੋਰ ਕੁਛ ਨਹੀਂ। ਬਸ ਮਨ ਨੂੰ ਸਮਝਾ ਕੇ ਬੈਠ ਜਾਣਾ, ਬਾਣੀ ਪੜ੍ਹਨ ਦੀ ਲੋੜ ਨਹੀਂ। ਧਿਆਨ ਰੱਖੋ ਤੁਸੀਂ ਵੀ ਭਾਈ ਜੋ ਹੋ ਰਿਹਾ ਪਰਮੇਸ਼ਰ ਠੀਕ ਕਰ ਰਿਹਾ। ਫਿਰ ਇਸ ਵਿਸ਼ਵਾਸ ਤੇ ਜਿਹੜਾ ਡੋਲਦਾ ਨਹੀਂ ਹੈ, ਸਿਰਫ ਜਦੇ ਮਨ ਡੋਲਣ ਲੱਗੇ ਰੋਕ ਲੈਂਦਾ, ਉਹਨੂੰ ਕੋਈ ਬਾਣੀ ਪੜ੍ਹਨ ਦੀ ਲੋੜ ਨਹੀਂ, ਉਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ। ਸਹਿਜ ਧਿਆਨ, ਕਿਉਂਕਿ ਗਿਆਨ ਤੇ ਬਾਅਦ ਸਹਿਜ ਧਿਆਨ ਹੈ ਅਵਸਥਾ। ਸਹਿਜ ਧਿਆਨ ਦੀ ਅਵਸਥਾ ਡਾਇਰੈਕਟ ਵੀ ਪੜ੍ਹਾਈ ਜਾਂਦੀ ਹੈ, ਡਾਇਰੈਕਟ ਗਿਆਨ ਤੋਂ ਬਿਨਾਂ ਪੜ੍ਹਾਈ ਹੈ। ਇਹਨੂੰ ਸ਼ਬਦ ਕਹਿੰਦੇ ਨੇ। ਉਹ ਕਹਿੰਦੇ ਜੇ ਧਿਆਨ 'ਚ ਵੀ ਬੈਠੋ ਤੁਸੀਂ, ਜੇ ਉਪਦੇਸ਼ ਠੀਕ ਹੈ, ਸ਼ਬਦ ਠੀਕ ਹੈ, ਰਾਜਾ ਰਾਮ ਦੀ ਕਹਾਣੀ ਸਹੀ ਸੁਣ ਰਹੇ ਹੋ, ਉਹ ਤਤ ਨਿਰਚ ਦਾ ਮਿਲ ਰਿਹਾ ਤੁਹਾਨੂੰ। ਤਾਂ ਹੁੰਦਾ ਵੀ ਆਪਾਂ ਦੁੱਧ ਪੀਣਾ, ਉਹਨੂੰ ਹਜਮ ਵੀ ਕਰਨਾ, ਉਹਦੇ ਵਿੱਚ ਮੈਲ ਦੀ ਬਹੁਤ ਨਿਕਲਣੀ ਹੈ, ਤੇ ਤੱਤ ਵੀ ਨਿਕਲਣਾ, ਤੱਤ ਥੋੜਾ ਨਿਕਲਣਾ। ਕੰਮ ਮਸ਼ੀਨ ਨੂੰ ਜ਼ਿਆਦਾ ਕਰਨਾ ਪੈਣਾ। ਆਖਰ ਤਾਂ ਤੱਤ ਕੰਮ ਆਇਆ ਨਾ ਸਾਡੇ ਜੋ ਨਿਕਲਿਆ। ਦੂਜਾ ਹੈਗਾ ਕੀ ਤੱਤ ਤਾਂ ਪਹਿਲਾਂ ਹੀ ਖਾਧਾ ਵੀ ਥੋੜਾ ਜਾਣਾ। ਇਸ ਕਰਕੇ ਲੋਕ ਘਿਓ ਖਾਂਦੇ ਸੀ, ਪਰ ਉਹ ਨਾਲ ਇਹੋ ਜਿਹੀਆਂ ਚੀਜ਼ਾਂ ਖਾਂਦੇ ਤੇ ਘਿਓ ਦੇ, ਕਿ ਘਿਓ ਉਹ ਜਿਹੜਾ ਹੈ ਨਾ ਅੰਦਰ ਜੰਮ ਜਾਂਦਾ, ਜੋ ਬੈਡ ਇਫੈਕਟ ਕਰਦਾ ਹੈ, ਉਹ ਨਾ ਕਰੇ। ਐਵੇਂ ਨਹੀਂ ਸੀ ਘਿਓ ਖਾਂਦੇ, ਅੱਖਾਂ ਮੀਚ ਕੇ ਨਹੀਂ ਕੋਈ ਚੀਜ਼ ਖਾਂਦੇ ਸੀ। ਉਹਨੂੰ ਪਤਾ ਸੀਗਾ ਵੀ ਦੱਸਿਆ ਮੈਦਾਂ ਦਾ ਪਤਾ ਇਹਦੇ ਨਾਲ ਚੀਜ਼ ਖਾਣੀ ਚਾਹੀਦੀ ਹੈ। ਜਿਵੇਂ ਜਿਹੜੇ ਲੋਕ ਮੱਖਣੀ ਸਿੱਧੀ ਖਾਂਦੇ ਸੀ, ਉਹ ਫੀਮ ਜ਼ਰੂਰ ਖਾਂਦੇ ਸੀ ਪਹਿਲਾਂ। ਮੱਖਣੀ ਉਹੀ ਖਾ ਸਕਦਾ, ਸੰਖਿਆ ਖਾਵੇ, ਨਸ਼ਾ ਖਾਵੇ, ਉਹ ਘਿਓ ਖਾ ਸਕਦਾ, ਮੇਰਾ ਹੀ ਸੁਣਦਾ। ਪਰ ਬੜੀ ਲੰਬੀ ਉਮਰ ਹੁੰਦੀ ਸੀ ਉਹਨਾਂ ਲੋਕਾਂ ਦੀ, ਕਦੇ ਸ਼ੇਰ ਨਹੀਂ ਸੀ ਬਿਮਾਰ ਹੁੰਦਾ। ਉਹਨਾਂ ਦੀ ਕੀ ਖੁਰਾਕ ਸੀ, ਕੀ ਕਰਦੇ ਸੀ, ਇਹ ਤਾਂ ਪਤਾ ਹੈ। ਲੇਕਿਨ ਅਸੀਂ ਦੂਏ ਰਸਤੇ ਪੈ ਗਏ। ਇਹ ਆਸਟ੍ਰੇਲੀਆ ਅੰਗਰੇਜ਼ਾਂ ਨੇ ਪਾਤੇ ਜਾਂ ਨਵੇਂ ਕਿਵੇਂ ਪੈ ਗਏ? ਇਹ ਤਾਂ ਪਰੇਸ਼ਾਨੀਆਂ ਉਹ ਰਸਤੇ ਜੇ ਪਿੱਛੇ ਮੁੜੇ ਆਈਏ ਸਾਰੇ ਸੌਖੇ ਰਹਾਂਗੇ, ਕਿਉਂਕਿ ਆਪਣੇ ਜੋਗਾ ਖਾਕਮਾ ਸਾਰੇ ਜ਼ਮੀਨ ਬਥੇਰੀ ਹੈ, ਮਸ਼ੀਨੀ ਬਥੇਰੀ ਹੈ। ਜਿੰਨੀ ਲੋੜ ਹੈ ਟੈਕਟ ਆਪਣੇ ਬਣਾ ਲਓ, ਸੰਭਾਲ ਲਓ, ਆਪਣਾ ਰਿਪੇਅਰ ਕਰ ਲਓ। ਐ ਵੀ ਅੱਖਾਂ ਵਿੱਚ ਕੇ ਬਣਾਉਣ ਦਾ ਕੀ ਫਾਇਦਾ, ਕੀ ਲੋੜ ਹੈ ਸਾਨੂੰ? ਰਿਪੇਅਰ ਕਰੀ ਜਾਓ, ਆਪਣੇ ਕੰਮ ਲਓ। ਮਸ਼ੀਨਾਂ ਤੁਹਾਡੇ ਕੋਲ ਨੇ, ਬਿਜਲੀ ਤੁਹਾਡੇ ਕੋਲ ਹੈ। ਅੰਨੇ ਹੋ ਕੇ ਪ੍ਰੋਡਕਸ਼ਨ ਜਿਹੜੀ ਹੋ ਰਹੀ ਹੈ, ਅੰਨੇ ਵਾਹ ਦੌੜ, ਅੰਨੀ ਦੌੜ ਪੈਸੇ ਇਕੱਠੇ ਕਰਨ ਦੀ, ਇਹ ਪ੍ਰੋਬਲਮ। ਇਹ ਖਤਮ ਹੋਈ ਵੇ, ਕੋਈ ਪ੍ਰੋਬਲਮ ਹੈ ਹੀ ਨਹੀਂ। ਸਿੰਪਲ ਲਿਵਿੰਗ ਹੈ, ਹਾਈ ਥਿੰਕਿੰਗ। ਇਹ ਤਾਂ ਮਹਾਤਮਾ ਗਾਂਧੀ ਵੀ ਕਹਿਣਾ ਸੀ, ਗਾਂਧੀ ਤਾਂ ਸਾਡੇ ਲੀਡਰ ਕਹਿੰਦੇ ਵੀ ਉਹ ਬਾਪੂ ਸੀ। ਚਲ ਬਾਪੂ ਦੀ ਗੱਲ ਵੀ ਮੰਨੋਗੇ, ਬਾਪੂ ਦੀ ਮੁੜਿਆ ਉਹ ਪਿੱਛੇ, ਹੰਕਾਰ ਨਹੀਂ ਬੋਲਣ ਦਿੰਦਾ। ਇੱਥੇ ਆ ਕੇ ਹੰਕਾਰ ਉੱਡ ਜਾਂਦਾ ਹੈ। ਅਸੀਂ ਬੜੇ ਹਾਂ, ਹਵਾਈ ਜਹਾਜ਼ਾਂ ਫਿਰਦੇ ਹਾਂ, ਇੱਜ਼ਤ ਹੈ, ਕੱਲ ਨੂੰ ਰਹਿਣੀ ਨਹੀਂ। ਹਾਂ ਠੀਕ ਹੈ, ਤੁਸੀਂ ਸਮਝਦੇ ਹੋ ਕਿ ਇੱਜ਼ਤ ਹੈ, ਪਰ ਜਿਹੜੀ ਬਦਨਾਮੀ ਹੁੰਦੀ ਹੈ ਅਖਬਾਰਾਂ 'ਚ ਜਾਂ ਪਿੱਠ ਪਿੱਛੇ, ਕਈ ਵਾਰ ਮੂੰਹ ਤੇ ਹੀ, ਜਿਹੜੀ ਇੱਜ਼ਤ ਦੀ ਬਦਨਾਮੀ ਹੋਵੇ, ਇੱਜ਼ਤ ਹੁੰਦੀ ਉਹਦੀ। ਜਿਹੜੀ ਇੱਜ਼ਤ ਦੀ ਬਦਨਾਮੀ ਹੋ ਸਕਦੀ ਹੈ, ਉਹਨੂੰ ਇੱਜ਼ਤ ਸਮਝਣਾ। ਚਲੋ ਆਪਣੇ ਮਨ ਦੀ ਤਸੱਲੀ ਕਰਨੀ ਹੈ, ਹੋਰ ਤਾਂ ਕੁਝ ਮੇਰੀ ਇੱਜ਼ਤ ਹੈ, ਝੂਠੀ ਤਸੱਲੀ। ਹਿਸਟਰੀ ਨੇ ਇੱਜ਼ਤ ਦਿੰਦੀ ਉਹਨਾਂ ਲੋਕਾਂ ਨੂੰ, ਕਦੇ ਨਾ ਦਿੱਤੀ ਹੈ। ਜਿਹੜਾ ਕਿਸੇ ਨੇ ਕੋਈ ਗੱਲ ਦਾ ਜਵਾਬ ਦੇ ਦਿੱਤਾ, ਇੱਜ਼ਤ ਉਹਦੀ ਹਟ ਗਈ।
ਝੂਠੀ ਇੱਜ਼ਤ ਨਹੀਂ ਖੜ, ਇਹ ਦੇਸ਼ ਨੂੰ ਝੂਠੀ ਇੱਜ਼ਤ ਦਿੱਤੀ ਨਹੀਂ ਸੀ, ਹਟ ਗਈ। ਧਰਮ ਪੁੱਤਰ ਦੀ ਡਿਗਰੀ ਦਿੱਤੀ ਹੋਈ ਸੀ, ਜਿਵੇਂ ਇਹਨਾਂ ਨੇ ਉਹ ਦਿੱਤੇ ਹੋਏ ਨੇ ਡਿਗਰੀਆਂ ਸਿੱਖ ਵਿਦਵਾਨਾਂ ਨੂੰ, ਅਜਾਇਬ ਘਰ ਰੱਖੀਆਂ ਹੋਈਆਂ ਨੇ ਉਹਨਾਂ ਦੀਆਂ ਤਸਵੀਰਾਂ ਸਿੱਖਾਂ ਨੇ। ਉਹਨਾਂ ਨੂੰ ਜਿਨ੍ਹਾਂ ਨੇ ਮਾਨ ਕੋਸ਼ ਰਚਿਆ, ਟੀਕੇ ਕੀਤੇ ਨੇ, ਜਾਣ ਬੁੱਝ ਕੇ ਫਰਾਡ ਕੀਤੇ ਨੇ, ਕਿੱਥੋਂ ਆਏ ਸੀ ਉਹ, ਕਿਵੇਂ ਕੀਤੇ ਨੇ, ਸਭ ਪਤਾ ਲੱਗ ਗਿਆ। ਇਹ ਸਾਰਾ ਗੈਂਗ ਗੁਰੂ ਤੋਂ ਖਿਲਾਫ ਲੜਾਈ ਸੀ। ਉਹ ਤਾਂ ਖਤਮ ਕਰਦੇ ਸੀ 5-5 ਰੁਪਏ ਦੀ ਵਿਚਾਰਧਾਰਾ। ਫੇਰ ਗੱਡਿਆਂ ਤੇ ਸਮਾਨ ਪਾ ਕੇ ਫਿਰਦੇ ਰਹੇ 50-60 ਸਾਲ। ਉਹਦੇ ਪਿੱਛੋਂ ਜੋ ਪ੍ਰਚਾਰ ਦੂਏ ਤਾਂ ਪਹਿਲਾਂ ਹੀ ਸੀ, ਉਹਨਾਂ ਨੂੰ ਪ੍ਰਚਾਰ ਉਹ ਆਪਣਾ ਪੂਰਾ ਕਰਤਾ ਜਾਣਾ। ਫਿਰ ਅਕਾਲੀ ਮੁਲਾਤਾਂ ਦੇ ਨਾਲ ਵੀ ਇੰਨੇ ਨਹੀਂ ਰਹੇ, ਬਿਸਲਾਣੇ ਦੇ ਪ੍ਰਭਾਵ ਜ਼ਿਆਦਾ ਆ ਗਏ ਜਿਵੇਂ ਅੱਜ ਆਏ ਹੋਏ ਨੇ। ਤਿਆਗ ਵਾਲੇ ਬਹੁਤ ਘੱਟ ਰਹਿ ਗਏ, ਬਾਕੀ ਪਾੜ ਲਏ ਉਹਨਾਂ ਨੇ। ਉਹ ਤੋਂ ਬਾਅਦ ਉਦੋਂ ਹੀ ਪਲਾਨ ਬਣ ਗਿਆ, ਗੁਰਦੁਆਰਿਆਂ ਨੂੰ ਜ਼ਮੀਨਾਂ ਲਾ ਦਿਓ, ਜ਼ਗੀਰਾਂ ਲਾ ਦਿਓ, ਜਾਂ ਕਿਸੇ ਘਰ ਨੂੰ ਗੁਰਦੁਆਰੇ ਸੰਭਾਲ ਦਿਓ, ਆਪੇ ਲੜਕੇ ਮਰ ਜਾਣਗੇ। ਨਾ ਲੜਕੇ ਮਰਨਗੇ, ਕਮਜ਼ੋਰ ਹੋ ਜਾਣਗੇ ਆ ਖਾ ਕੇ। ਤਾਂ ਅਕਾਲੀ ਫੁੱਲਾ ਸਾਹਿਬ ਨੇ ਸਮਝ ਲਈ ਗੱਲ, ਜਿਹੜੇ ਸਿਆਣੇ ਤੇ ਉਹਨਾਂ ਨੇ ਸਮਝ ਲਈ ਗੱਲ। ਉਹ ਕਹਿੰਦੇ ਗੁਰਦੁਆਰੇ ਆਪਾਂ ਨਹੀਂ ਲੜਨੇ, ਇਹਨਾਂ ਦੀ ਚਾਲ ਹੈ। ਆਪਾਂ ਇਹਨਾਂ ਨਾਲ ਆਪਾਂ ਚੱਕਰਵਰਤੀ ਰਹਿਣਾ, ਗੁਰੂ ਨੇ ਕਿਹਾ ਸੀ ਚੱਕਰਵਰਤੀ ਰਹੋ। ਕਿਉਂ? ਜਿਹਦਾ ਖਾਲਿਸਤਾਨ ਹੈ ਉਹਦਾ ਇੱਕ ਜਗ੍ਹਾ ਸ਼ਹਿਰ ਨਹੀਂ ਹੋ ਸਕਦਾ, ਸਾਰੇ ਦਾ ਮਾਲਕ ਆ ਚੱਕਰਵਰਤੀ। ਚੱਕਰਵਰਤੀ ਆ। ਸਗਲੀ ਧਰਤੀ ਕੀ ਸਾਧਕੀ ਹੈ, ਸਗਲੀ ਧਰਤੀ ਸਾਧਕੀ। ਜਿਹੜਾ ਸਾਧ ਹੈ ਉਹ ਸਾਧਿਆ ਜਿਹਦਾ, ਉਹ ਸਾਰੀ ਧਰਤੀ ਹੈ, ਜਿੱਥੇ ਮਰਜੀ ਚਲੇ ਜਾਵੇ। ਉਹਨੂੰ ਕਦੇ ਵੀ ਨਹੀਂ ਕਹਿੰਦਾ ਕੋਈ ਕਿਉਂ ਆਇਆ, ਜਿੱਥੇ ਜਾਊ ਉਹਦੀ ਜ਼ਿਆਦਾ ਇੱਜ਼ਤ ਹੋਊ। ਉਹ ਤਾਂ ਅਗਲੇ ਤਾਂ ਕਹਿਣਗੇ, ਹੁਣ ਕਹੀ ਜਾਂਦੇ ਨੇ ਦੂਜਿਆਂ ਨੂੰ ਇੱਥੇ ਆਓ ਇੱਥੇ ਆਓ, ਕਹਿੰਦੇ ਹੀ ਹੁੰਦੇ ਨੇ। ਟੱਡੀ ਵਾਲਾ ਕਹਿੰਦੇ ਘਰ ਚਲਾ ਗਿਆ, ਆਪਣੇ ਮੁੰਡੇ ਸੀ ਉਹ, ਉਹਨਾਂ ਨੇ ਕਿਹਾ ਸਾਡੇ ਵੀ ਘਰ ਆ ਜਾਣਾ, $650 ਦੇ ਦਿੱਤਾ। ਉਹ ਕਹਿੰਦਾ ਉਹ ਏਦਾਂ ਹੀ ਤੂੰ, ਉਹ ਮੈਨੂੰ ਫੋਨ ਤੇ ਉਹਨਾਂ ਨੇ ਦੱਸਤਾ, ਮੈਂ ਕਹਿੰਦਾ ਤੁਸੀਂ ਬੇਵਕੂਫ, ਤੁਸੀਂ ਮੈਂ ਗੱਲ ਤੁਸੀਂ ਕੀ ਲੈਣਾ ਸੀ। ਸਵਾਦ ਆ ਗਿਆ, ਇੱਜ਼ਤ ਬੇਇੱਜ਼ਤੀ ਕਰਾ ਕੇ। ਇਹ ਹੰਕਾਰੀ ਨੇ, ਇਹ ਤਾਂ ਲੋਕ ਇਹੋ ਜਿਹੇ ਨੇ। ਇਹਨਾਂ ਦੀ ਕਥਾ ਚੱਲ ਗਈ, ਲੋਕ ਸੁਣਦੇ ਨੇ, ਪਰ ਇੰਟੈਲੀਜੈਂਟਾਂ ਨੇ ਰੱਦ ਕੀਤੇ ਹੋਏ ਨੇ। ਉਹਨੇ ਤਸੱਲੀ ਨਹੀਂ ਹੋਈ ਇਹਨਾਂ ਸੰਤਾਂ ਤੇ, ਤਸੱਲੀ ਨਹੀਂ ਹੋ ਰਹੀ ਸੀ। ਹੁਣ ਤਸੱਲੀ ਹੋ ਗਈ ਉਹਨਾਂ ਦੀ, ਜਿਹੜੇ ਪ੍ਰਚਾਰ ਟੌਪ ਤੇ ਕਰਦੇ ਨੇ ਇਸਲਾਮ ਦਾ ਵੀ, ਜਿਹੜੇ ਟੌਪ ਤੇ ਖੜੇ ਨੇ ਯਹੂਦੀ ਜਾਂ ਈਸਾਈ, ਜਿਹੜੇ ਟੌਪ ਤੇ ਖੜੇ ਨੇ ਮੁਸਲਮਾਨ ਬੋਧੀ, ਉਹਨਾਂ ਦੀ ਟੌਪ ਵਾਲਿਆਂ ਦੀ ਆਪਸੀ ਤਸੱਲੀ ਹੋ ਗਈ। ਆ ਜਿਹੜਾ ਧਰਮ ਹੈ ਉਹ ਉਸੇ ਵਾਲੇ ਤੇ, ਉਹ ਵੀ ਉਹੀ ਮੰਨਦੇ ਤੇ ਉਹ ਵੀ ਉਹ ਇਕੱਠੇ ਹੋਏ ਨੇ। ਸਿਰਫ ਧਰਮ ਉਹ ਵੀ ਉਹੀ ਗੱਲ ਕਹਿੰਦਾ, ਇਸਲਾਮ ਵਾਲੀ ਵੀ ਉਹੀ ਗੱਲ ਕਹਿੰਦੇ, ਅਸੀਂ ਵੀ ਉਹੀ ਕਹਿੰਦੇ ਹਾਂ, ਹਿੰਦੂ ਵਾਲੇ ਵੇਦ ਵੀ ਉਹੀ ਕਹਿੰਦੇ ਨੇ, ਬੋਧੀ ਵੀ ਜੈਨੀ ਵੀ ਸਾਰੇ ਉਹੀ ਗੱਲ ਕਹਿੰਦੇ ਨੇ। ਚਾਹੇ ਸਾਬਤ ਹੋ ਜੂ। ਫਿਰ ਇਹ ਜਿਹੜੇ ਵੱਡੀਆਂ ਪਾਉਣ ਵਾਲੇ ਨੇ, ਜਿਨ੍ਹਾਂ ਨੇ ਬਣਾਏ ਹੋਏ ਨੇ ਆਪਣੇ ਧਰਮ ਨੂੰ ਧੰਦਾ, ਤੁਰੇ ਫਿਰਦੇ ਨੇ ਪੈਸੇ ਕਰਾਉਂਦੇ, ਉਹ ਅਲੱਗ ਥਲੱਗ ਹੋ ਜਾਣਗੇ। ਲੋਕ ਉਹਨਾਂ ਨੂੰ ਚਾਹੇ ਘਰ ਆਇਆਂ ਨੂੰ ਦੇ ਦੇਣ ਕੁਛ, ਪਰ ਉਹ ਜਿਹੜੀ ਇੱਜ਼ਤ ਅੱਜ ਵਾਲੀ ਉਹ ਨਹੀਂ ਰਹਿਣੀ। ਅੱਛਾ, ਗੁਰੂ ਮੰਨਦੇ ਨੇ ਨਾ ਜੈਨੀਆਂ ਦੇ। ਮੈਂ ਦੇਖਿਆ ਉੱਥੇ ਆਪਣੇ ਲਖਨਊ ਵੀ ਪੂਰਾ ਗੁਰੂ ਪੂਰਨਿਮਾ ਮਨਾਉਂਦੇ, ਆਦਰ ਕਰਦੇ ਨੇ, ਇੱਜ਼ਤ ਕਰਦੇ ਨੇ। ਖੈਰ ਕੋਈ ਉਹ ਗੱਲ ਨਹੀਂ ਖਾਸ, ਪਰ ਇਹ ਪ੍ਰਥਾ ਸਾਡੇ ਹੈ ਨਹੀਂ। ਔਰ ਫਿਰ ਹੋਰ ਹੈ, ਉਹਨਾਂ ਕੋਲ ਗੁਰਬਾਣੀ ਦਾ ਗਿਆਨ ਵੀ ਹੈ ਨਹੀਂ। ਜੇ ਗਿਆਨ ਹੁੰਦਾ ਸ਼ਾਇਦ ਗੁਰੂ ਨਾ ਬਣਦੇ। ਇਹ ਜਿਹੜੀ ਬਰਾਬਰੀ ਦੀ ਗੱਲ ਕਰਦੀ ਹੈ ਨਾ ਗੁਰਬਾਣੀ, ਬਰਾਬਰ ਬਹਿ ਕੇ ਸੁਣੋ, ਬਰਾਬਰ ਉਹ ਜਿਹੀ ਇੱਜ਼ਤ ਕਰਨੀ ਗਿਆਨ ਦੀ, ਇਹ ਇੰਟੈਲੀਜੈਂਟ ਤਬਕਾ ਇਹਨੂੰ ਠੀਕ ਸਮਝਦੇ।
ਵੀ ਜੇ ਆਪ ਉੱਚਾ ਥੰਮੇਗਾ ਦੂਏ ਨੂੰ ਉਹ ਥੱਲੇ ਬੈਠੇ ਉਹ ਉੱਥੋਂ ਔਖੇ ਨੇ, ਪਿੱਛ ਕਰਦੀ ਗੱਲ ਉਹਨਾਂ ਨੂੰ, ਜਾਣਦੇ ਨੇ ਉਹ ਵੀ ਕਾਬਲੀਅਤ ਕੁਛ ਨਹੀਂ, ਪਰ ਕਈ ਮਜਬੂਰੀਆਂ ਨੇ ਵੋਟਾਂ ਦੀਆਂ, ਆਉਣਾ ਪੈਂਦਾ ਉਹਨਾਂ ਨੂੰ। ਉਹਨਾਂ ਖਾਤਰ ਕਿਆ ਹੋਇਆ, ਗੁਰਬਾਣੀ ਕਹਿੰਦੇ ਨਾਨਕ ਤੇ ਨਾਲ ਅਸਲ ਖਰ ਖੋਤਾ ਕਹਿੰਦੇ ਨੇ, ਜੋ ਬਿਨ ਗੁਣ ਗਰਭ ਕਰਨ, ਗੁਣ ਹੈ ਨਹੀਂ ਉਹ ਗਰਭ ਕਰੇ ਮੇਰੇ, ਜੇ ਗੁਣ ਹੈਗਾ ਜਾਣੀ ਗੁਣ ਹੈ ਨਹੀਂ, ਉਹ ਗੁਣ ਦਾ ਉਹਨੂੰ, ਉਹ ਗੁਣ ਦੀ ਆਕੜ ਰੱਖੇ ਮੇਰੇ ਜੇ ਗੁਣ, ਬਿਨ ਗੁਣ ਗਰਭ ਦਾ ਮਤਲਬ ਇਹੀ ਆ, ਉਸ ਗੁਣ ਦਾ ਗਰਭ ਕਰੇ ਮੇਰੇ ਚ ਹੈਗਾ, ਗੁਣ ਉਹਦੇ ਚ ਹੋਵੇ ਨਾ, ਤਾਂ ਜਿਹਦੇ ਵਿੱਚ ਹੈ ਉਹ ਗੁਣ ਤਾਂ ਕਹਿ ਦਵੇ, ਕਬੀਰ ਨੇ ਕਹੇ ਤਾਂ ਤਬ ਕੈਸੇ ਮਰੂ, ਮਨ ਮਨ ਮੰਨੇ, ਠੀਕ ਹੈ, ਮੈਨੂੰ ਦੱਸ ਕੇ ਮੈਂ ਮਰਾਂ, ਮੇਰਾ ਮਨ ਨੂੰ ਮਨੂ ਨੇ, ਫਿਰ ਆਪੇ ਕਹਤਾ ਮਰ ਬਣ ਗਏ ਜੀ ਨਾਮ ਨਾ ਜਾਣੇ, ਆਤਮਾ ਨਹੀਂ ਮਰਦੀ, ਸਰੀਰ ਛੱਡਦੀ ਹੈ। ਇਹ ਰਾਜ ਜਿਵੇਂ ਉੱਤੇ ਵਾਲੇ ਕਰਾਉਂਦੇ ਨੇ ਨਾ ਸਾਤੇ, ਇੱਥੇ ਸਭ ਕੁਝ ਕਰਦੇ ਅਸੀਂ ਹਾਂ, ਇਵੇਂ ਉਸ ਸਗਲ ਸਿਰਤ ਕੋ ਰਾਜਾ ਦੁਖੀ ਹੈ ਉਹ, ਜਿਵੇਂ ਹੁਣ ਬ੍ਰਹਮਾ ਦੁਖੀ ਹੈ, ਜਿਹੜਾ ਸੁਪਨਾ ਦੇਖਦਾ ਦੁਖੀ ਹੈ, ਕਿਉਂ ਦੇਖਦਾ, ਕਿਉਂ ਦੁਖੀ ਹੈ, ਉਹ ਕਾਹਤੇ ਦੁਖੀ ਹੈ, ਉਹ ਸੰਤਾ ਜਿਹੜਾ ਸੁਪਨਾ ਦੇਖਦਾ ਕਿ ਤੂੰ ਉਹਦਾ ਦੁਖੀ ਹੈ, ਉਹ ਸੁਪਨਾ ਲੈਂਦਾ ਆਪਣੇ ਸੁਖ ਵਾਸਤੇ, ਤੂੰ ਉਹਨੂੰ ਦੁੱਖ ਪੈਦਾ ਕਰ ਰਿਹਾ, ਉਹਨੇ ਸੁਪਨਾ ਜਨਮ ਲਿਆ ਲਾਭ ਵਾਸਤੇ, ਤੂੰ ਹਾਨੀ ਕਰਕੇ ਜਾ ਰਿਹਾ, ਉਹਦੀ ਔਲਾਦ ਹੋ, ਆਪਣੀ ਔਲਾਦ ਭੇਜੀ, ਆਪਣਾ ਧਿਆਨ ਔਲਾਦ ਹੁੰਦੀ ਹੈ, ਤਾਂ ਕਹਿੰਦਾ ਉਹ ਪੂਤ ਤੇਰਾ ਤੂੰ ਪਿਤਾ ਮੇਰਾ, ਕਿਹਾ ਨਾ, ਧਿਆਨ ਉਹ ਜੋ ਪੈਦਾ ਹੋਇਆ, ਧਿਆਨ ਪੋਤਾ ਹੈ, ਧਿਆਨ ਜੋ ਕੁਝ ਕਰ ਰਿਹਾ ਹੈ, ਧਿਆਨ ਦੇ ਵਿੱਚ ਹੀ ਜਾਣਕਾਰੀ ਹੈ, ਧਿਆਨ ਵਿੱਚ ਜਾਂਦੇ ਹਾਂ, ਜੇ ਤਾਂ ਧਿਆਨ ਨਹੀਂ ਉਹ ਚੀਤਾ ਜਾਣਨਾ ਨਹੀਂ, ਯਾਨੀ ਧਿਆਨ ਹੀ ਤੂੰ ਹੈ, ਬਹੁਤ ਅੱਛੇ ਹੈ, ਧਿਆਨ ਦਾ ਤੈਨੂੰ ਪਤਾ ਇੱਧਰ ਜਾਂਦਾ ਉਧਰ ਜਾਂਦਾ, ਪਤਾ ਲੱਗਦਾ ਨਾ, ਆਪਾਂ ਕਹਿੰਦੇ ਮੇਰਾ ਧਿਆਨ ਉਧਰ ਚਲੇ ਗਿਆ ਸੀ, ਇਹਦਾ ਮਤਲਬ ਧਿਆਨ ਮਹਿਸੂਸ ਹੁੰਦਾ ਆਪਾਂ ਨੂੰ, ਉਹ ਧਿਆਨ ਜਿਹੜਾ ਹੈ, ਧਿਆਨ ਮਨ, ਧਿਆਨ ਨੂੰ ਹੀ ਮਨ ਮੰਨ ਲੈ, ਏਕ ਮੈਂ, ਫਿਰ ਤੂੰ ਇੱਕ ਹੀ ਹੋ ਜਾਏਗਾ, ਫਿਰ ਤੂੰ ਹੀ ਹੋਈ ਹੈ, ਮੈਂ ਨਹੀਂ ਹੈ, ਧਿਆਨ ਕੋ ਮਨ, ਧਿਆਨ ਨੂੰ ਮੰਨ ਲੈ, ਮਨ ਇਹੀ ਹੈ, ਹੋਰ ਨਹੀਂ ਮਨ ਕੋਈ ਹੈ, ਮੇਰਾ ਮਨ ਇੱਧਰ ਚਲਾ ਗਿਆ, ਮੇਰਾ ਧਿਆਨ ਇੱਧਰ ਚਲਾ ਗਿਆ, ਮਨ ਦਾ ਵੀ ਪਤਾ ਲੱਗਦਾ, ਧਿਆਨ ਦਾ ਵੀ ਲੱਗਦਾ, ਉਹੀ ਹੈ ਜਿਹਦਾ ਮਹਿਸੂਸ ਹੋ ਰਿਹਾ, ਹੋਰ ਮਨ ਕੀ ਹੁੰਦਾ, ਇਹ ਮਨ ਦਾ ਧਿਆਨ ਰੱਖਣਾ ਕਿੱਥੇ ਜਾਂਦਾ, ਆਹ ਹੈ ਮਨ ਚ ਕੀ ਕਲਪਨਾ ਆਉਂਦੀ ਹੈ, ਕਿਉਂ ਆਉਂਦੀ ਹੈ, ਕੀ ਖਿਆਲ ਆਉਂਦਾ, ਕਿਉਂ ਆਉਂਦਾ, ਇਹਦਾ ਧਿਆਨ, ਕਿੰਨਾ ਟਾਈਮ ਗੁਰੂ ਨਾਲ ਜੁੜਿਆ ਰਹਿੰਦਾ, ਕਿੰਨਾ ਟਾਈਮ ਖੋਜ ਨਾਲ ਜੁੜਿਆ ਰਹਿੰਦਾ, ਕਿੰਨਾ ਚਿਰ ਇਹਨੂੰ ਗੱਲ ਗੁਰੂ ਦੀ ਯਾਦ ਰਹਿੰਦੀ ਹੈ, ਫਿਰ ਧਿਆਨ ਕਿੱਧਰ ਚਲਾ ਜਾਂਦਾ, ਕਿਉਂ ਜਾਂਦਾ, ਜਿੰਨਾ ਚਿਰ ਜਾਂਦਾ ਉਹਦਾ ਕੀ ਫਾਇਦਾ, ਜਿੰਨਾ ਚਿਰ ਇੱਥੇ ਨਹੀਂ ਸੂਈ ਰਹਿੰਦੀ ਉਹਨਾਂ ਚਿਰ ਸਮਣ ਕਾਹਦਾ, ਫਿਰ ਇਹਦਾ ਫਿਰ ਸਮਣ ਕਾਹਦਾ, ਵੀ ਇਹ ਤਾਂ ਸਮਣ, ਇਹਦਾ ਚੇਤਾ ਰੱਖਣਾ ਸੀ, ਸਿਮਰਨ ਔਰ ਕਿਹੜੀ ਗੱਲ ਹੈ, ਗੁਰਬਾਣੀ ਦਾ ਸਿਮਰਨਾ ਜੋ ਸੁਣਿਆ ਚੇਤੇ ਰੱਖਣਾ, ਉਹਦੇ ਮੁਤਾਬਕ ਜੀਵਨ ਜਿਉਣਾ, ਹੋਰ ਕਿਵੇਂ, ਹੋਰ ਕੀ ਹੈ ਸਿਮਰਨ, ਹੋਰ ਸਿਮਰਨ ਕੀ ਹੁੰਦਾ, ਸਿਮਰਨ ਗੱਲ ਚੇਤੇ ਚ ਰਹੇ, ਜੇ ਸੁਣਨੀ ਤਾਂ ਯਾਦ ਹੈ ਨਹੀਂ, ਕਿਹੜੀ ਪੰਕਤੀ ਦਾ ਕਾਲਾ ਸੁਣ ਤੇ ਚੇਤਾ ਹੀ ਨਹੀਂ, ਉਹਦਾ ਕੀ ਫਾਇਦਾ ਸੀ ਸੁਣਨ ਦਾ, ਜਿਹੜਾ ਆਪਣੇ ਧਿਆਨ ਚ ਨਹੀਂ ਉਹ ਸੁਣਿਆ ਹੀ ਨਹੀਂ, ਅਸੀਂ ਆ ਸੁਣਿਆ ਹੈ, ਕੰਨੀ ਸੁਣਿਆ, ਦੂਏ ਕੰਨ ਕੱਢਤਾ, ਜਿਹੜਾ ਨਹੀਂ ਕੱਢਿਆ ਅੰਦਰ ਰਹਿ ਗਿਆ, ਉਹ ਆਪਣਾ ਇਫੈਕਟ ਕੱਢੂਗਾ, ਉਹ ਗੁਣ ਪੈਦਾ ਕਰੂਗਾ, ਉਹ ਬੀਜ ਰੂਪ ਹੈ, ਸੁਣਿਆ ਹੋਇਆ ਉਹਦੇ ਨਾਲ ਗੁਣ ਪੈਦਾ ਹੋਣਾ, ਉਹ ਸ਼ਬਦ ਹੈ,
ਸ਼ਬਦ ਦੇ ਵਿੱਚ ਨਾਮ ਹੈ, ਗਿਆਨ ਹੈ, ਉਹੀ ਬੀਜ ਬਣਨਾ। ਨਾ ਬੀਜ ਉਹੀ ਬਣਨਾ, ਉਹ ਜੋ ਗੁਣ ਪੈਦਾ ਹੋਣਾ। ਸੰਤੋਖ ਸੁਹਾਗਾ, ਸਬਰ ਰੱਖ ਗੁਣ ਬਣੂਗਾ। ਮਨ ਜੇ ਨਹੀਂ ਮੰਨਦਾ ਹੌਲੀ ਹੌਲੀ ਮੰਨ ਜੂਗਾ। ਇਹ ਸੰਤੋਖ ਦਾ ਸੁਹਾਗ। ਇਹ ਨਾ ਵੀ ਮਨ ਨਹੀਂ ਮੰਨਦਾ ਵੀ ਮੇਰਾ ਤਾਂ ਮੰਨ ਨਹੀਂ ਸਕਦਾ। ਆਪਾਂ ਕੋਈ ਪੱਥਰ ਨੂੰ ਘਸਾਉਣਾ ਹੋਵੇ ਟਾਈਮ ਤਾਂ ਲੱਗੂਗਾ ਹੀ, ਟਾਈਮ ਲੱਗਦਾ ਹੈ। ਉਹ ਕਬੀਰ ਕਹਿੰਦਾ ਟਾਈਮ ਦੀ ਪਰਵਾਹ ਨਾ ਕਰ, ਲੱਗਿਆ ਰਿਹਾ। ਤੈਨੂੰ ਹੁਣੇ ਲੱਗਦਾ ਵੀ ਟਾਈਮ ਜ਼ਿਆਦਾ ਲੱਗੂ। ਉੱਪਰ ਜ਼ਮੀਨ ਕੈੜੀ ਹੁੰਦੀ ਹੈ, ਥੱਲੇ ਪੋਲੀ ਨਿਕਲ ਆਉਂਦੀ ਹੈ ਜਿਉਂ ਜਿਉਂ ਪੱਟੀ ਜਾਈਦੀ ਹੈ। ਪਹਿਲਾਂ ਹੀ ਔਖਾ ਬੰਦਾ ਹੈ, ਫਿਰ ਤਾਂ ਬੰਦਾ ਹੀ ਚਲਾ ਜਾਂਦਾ ਆਪੇ। ਇੱਕ ਵਾਰ ਥੋੜਾ ਜਿਹਾ ਨਟ ਹਿੱਲਿਆ ਚਾਹੀਦਾ, ਜਾਮ ਹੋਇਆ ਬਸ ਅੱਧੀ ਚੂੜੀ ਜੇ ਹਿੱਲ ਜਾ, ਸਾਰੀਆਂ ਚੂੜੀਆਂ ਅੱਧੀਆਂ ਹਿੱਲ ਗਈਆਂ। ਹੌਲੀ ਹੌਲੀ ਫਿਰ ਵਧਾਈ ਜਾਂਦਾ।